ਔਰ ਮੈਂ ਬਖੂਬੀ ਦੇਖ ਰਿਹਾ ਵਾਂ, ਜਿਹਦੀ ਵਜ੍ਹਾ ਤੋਂ ਕੋਸ਼ਿਸ਼ ਕਰਨਾ ਵਾਂ ਕਿ ਉਹਨਾਂ ਬੱਚਿਆਂ ਤੱਕ ਮੇਰੀ ਆਵਾਜ਼ ਪਹੁੰਚ ਜਾਏ, ਮੈਂ ਉਹ ਗੱਲ ਸੁਣਾ ਦਿਆਂ, ਕੋਈ ਵੀ ਸਹੂਲਤ ਮਿਲ ਜਾਂਦੀ। ਲੇਕਿਨ ਬਾਹਰ ਜਿਹੜੇ ਬੱਚੇ ਪੜ੍ਹਨ ਜਾਂਦੇ ਨੇ ਉਹਨਾਂ ਦਾ ਸਾਲ ਜ਼ਾਇਆ ਹੋਣ ਦਾ ਡਰ ਹੁੰਦਾ, ਕਿਉਂਕਿ ਉਹਦੇ ਵਾਸਤੇ ਜ਼ਰੂਰੀ ਹੁੰਦਾ ਕਿ ਡਾਕੂਮੈਂਟੇਸ਼ਨ ਜਿਹੜੀ ਹੈ ਨਾ ਉਹ ਰੈਡੀ ਹੋਣੀ ਚਾਹੀਦੀ ਹੈ। ਵੀਜ਼ੇ ਵਾਸਤੇ ਡੈਡਲਾਈਨ ਦੇ ਦਿੱਤੀ ਜਾਂਦੀ ਹੈ ਕਿ ਇਸ ਤੋਂ ਬਾਅਦ ਵੀਜ਼ਾ ਨਹੀਂ ਲੱਗੇਗਾ, ਕਿਉਂਕਿ ਅੱਗੇ ਜਿਹੜੇ ਯੂਨੀਵਰਸਿਟੀਆਂ ਜਿੱਥੇ ਬੱਚੇ ਨੇ ਪੜ੍ਹਨ ਜਾਣਾ ਹੁੰਦਾ ਹੈ, ਅੱਲਾਹ ਤਾਲਾ ਉਹਨਾਂ ਤੇ ਵੀ ਰਹਿਮ ਕਰਦਾ ਹੈ। ਉਹਨਾਂ ਦੀ ਵੀ ਮਿਹਨਤ ਰੰਗ ਲੈ ਆਉਂਦੀ ਹੈ, ਤੇ ਉਹਦੇ ਬਦਲੇ 'ਚ ਉਹਨਾਂ ਦੇ ਦਿਲ 'ਚੋਂ ਵੀ ਦੁਆ ਨਿਕਲਦੀ ਹੈ ਜਿਹੜੀ ਸਾਨੂੰ ਲੱਗਦੀ ਹੈ। ਬਿਸਮਿल्लाहिर रहमानिर रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਖੁਸ਼ ਖੁਰਮ ਰੱਖੇ ਔਰ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਡੇਰੇ ਪਾ ਦੇਵੇ। ਅੱਲਾਹ ਤਾਲਾ ਤੁਹਾਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਆਮੀਨ ਸੁਮਾ ਆਮੀਨ। ਦੋਸਤੋ ਅੱਜ ਮੈਂ ਜਿਹੜੇ ਤੁਹਾਡੇ ਨਾਲ ਗੁਫ਼ਤਗੂ ਕਰਨੀ ਚਾਹ ਰਿਹਾ ਉਹ ਖਾਸ ਤੌਰ ਤੇ ਸਟੂਡੈਂਟ ਬੱਚਿਆਂ ਵਾਸਤੇ ਵੇ, ਬੱਚੀਆਂ ਵਾਸਤੇ ਵੇ, ਕਿ ਜਿਹੜੇ ਆਪਣੇ ਬਿਹਤਰ ਮੁਸਤਕਬਲ ਦੀ ਖਾਤਰ ਬੈਰੂਨੇ ਮੁਲਕ ਵਿੱਚ ਸਫ਼ਰ ਕਰਦੇ ਨੇ ਔਰ ਤਾਲੀਮ ਹਾਸਲ ਕਰਨ ਵਾਸਤੇ ਜਾਂਦੇ ਨੇ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਅੱਜ ਬੜਾ ਦਿਨ ਲੱਗਿਆ ਸੀ, ਜਿਹਨੂੰ ਅਸੀਂ ਆਨੇ ਆ ਕਿ ਬੜਾ ਗਰਮ ਦਿਨ ਸੀ। ਪੰਜਾਬੀ 'ਚ ਅਸੀਂ ਲੱਗੇ ਆ ਦਿਨ ਆਨੇ ਆ ਕਿ ਬੜਾ ਲੱਗੇ ਆ ਦਿਨ ਸੀ। ਅੱਜ ਬੜੀ ਗਰਮੀ ਸੀ, ਲੇਕਿਨ ਜਿਸ ਤਰ੍ਹਾਂ ਹੀ ਮੈਂ ਬਾਹਰ ਖੇਤਾਂ ਦੀ ਸੈਰ ਵਾਸਤੇ ਨਿਕਲਿਆ, ਅਮੂਮਨ ਮੈਂ ਅਸਰ ਦੀ ਨਮਾਜ਼ ਪੜ੍ਹ ਕੇ ਤੇ ਖੇਤਾਂ ਦੀ ਸੈਰ ਵਾਸਤੇ ਆਨਾ ਵਾ ਤਾਂ ਕਿ ਤਾਜ਼ਾ ਹਵਾ ਜਿਹੜੇ ਤਾਜ਼ਾ ਹਵਾ ਦੇ ਫਜ਼ਾ ਦੇ ਵਿੱਚ ਸਾਂਸ ਲਈ ਜਾਏ। ਤੇ ਜਿਸ ਤਰ੍ਹਾਂ ਹੀ ਖੇਤਾਂ ਦੀ ਤਰਫ ਪਹੁੰਚਿਆ, ਖੇਤਾਂ ਦੇ ਵਿੱਚ ਪਹੁੰਚਿਆ ਤੇ ਅੱਲਾਹ ਤਾਲਾ ਨੇ ਥੋੜ੍ਹਾ ਜਿਹਾ ਮੌਸਮ ਖੁਸ਼ਗਵਾਰ ਕੀਤਾ ਔਰ ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ ਸੀ। ਤੇਜ਼ ਹਵਾ ਚੱਲਣ ਦੇ ਨਾਲ ਮਹਿਸੂਸ ਇਸ ਤਰ੍ਹਾਂ ਹੋਇਆ ਸੀ ਕਿ ਸ਼ਾਇਦ ਬੜੀ ਜ਼ਿਆਦਾ ਆਂਧੀ ਆਏਗੀ, ਲੇਕਿਨ ਥੋੜ੍ਹੀ ਹਵਾ ਚੱਲਣ ਤੋਂ ਬਾਅਦ ਥੋੜ੍ਹੀ ਜਿਹੜੀ ਹੈ ਨਾ ਹੁਣ ਰੁਕ ਵੀ ਗਈ ਹੈ ਔਰ ਆਸਤਾ ਆਸਤਾ ਹਵਾ ਲੱਗ ਵੀ ਰਹੀ ਹੈ। ਲੇਕਿਨ ਜਿਹੜੇ ਗਰਮੀ ਦੀ ਸ਼ਿੱਦਤ ਸੀ ਨਾ ਉਹ ਘਟ ਗਈ ਹੈ। ਅੱਛਾ ਜੀ, ਇਸ ਤੋਂ ਬਾਅਦ ਅਸਲ ਮੌਜੂ ਦੀ ਤਰਫ ਆ ਜਾਈਏ ਕਿ ਮੈਂ ਜਿਸ ਮੌਜੂ ਦੇ ਉੱਤੇ ਗੱਲ ਕਰਨੀ ਚਾਹ ਰਿਹਾ ਸਟੂਡੈਂਟ ਬੱਚਿਆਂ ਦੇ ਨਾਲ ਜਿਹੜੇ ਬੈਰੂਨੇ ਮੁਲਕ ਜਾਂਦੇ ਨੇ ਉਹਨਾਂ ਦੇ ਇਨਫੋਰਮੇਸ਼ਨ ਵਾਸਤੇ ਵੇ ਕਿ ਜਦੋਂ ਆਪਣੇ ਡਾਕੂਮੈਂਟਸ ਵੈਰੀਫਾਈ ਕਰਾਉਣ ਵਾਸਤੇ ਪਹਿਲੋਂ ਜਾਂਦੇ ਨੇ ਬੋਰਡ ਆਫਿਸ, ਉਸ ਤੋਂ ਬਾਅਦ ਫਿਰ IBBC, ਉਸ ਤੋਂ ਬਾਅਦ ਉਹਨਾਂ ਜਾਣਾ ਹੁੰਦਾ ਹੈ HEC। ਤੇ HEC ਦਾ ਅੱਗੇ ਮੈਨੂਅਲ ਤਰੀਕਾ ਵੀ ਹੈ ਸੀ ਤੇ ਆਨਲਾਈਨ ਵੀ ਹੈ ਸੀ, ਲੇਕਿਨ ਹੁਣ ਉਹਨਾਂ ਮੈਨੂਅਲ ਖਤਮ ਕਰ ਦਿੱਤਾ ਹੈ ਰਸ਼ ਦੀ ਵਜ੍ਹਾ ਤੋਂ, ਲੇਕਿਨ ਆਨਲਾਈਨ ਹੈ ਵੇ। ਤੇ ਜਿਹੜੇ ਬੱਚੇ ਅਪਲਾਈ ਕਰਦੇ ਨੇ ਆਨਲਾਈਨ, ਉਹ ਇੱਕ ਚੀਜ਼ ਨੂੰ ਨਜ਼ਰਅੰਦਾਜ਼ ਕਰ ਜਾਂਦੇ ਨੇ ਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਸ਼ਾਇਦ ਸਾਨੂੰ ਉਹਨਾਂ ਮੇਲ ਭੇਜਣੀ ਹੈ ਤੇ ਤਾਂ ਸਾਨੂੰ ਪਤਾ ਲੱਗਣਾ ਹੈ ਕਿ ਸਾਡੀ ਅਪਾਇੰਟਮੈਂਟ ਕਿਹੜੇ ਦਿਨ ਹੈ, ਜਾਂ ਅਸੀਂ ਕਿਹੜੇ ਦਿਨ ਜਾ ਕੇ ਡਾਕੂਮੈਂਟ ਜਮ੍ਹਾਂ ਕਰਾਣੇ ਨੇ ਜਾਂ TCS ਦੇ ਜ਼ਰੀਏ ਭੇਜਣੇ ਨੇ। ਇਹ ਉਹ ਚੀਜ਼ ਭੁੱਲ ਜਾਂਦੇ ਨੇ ਕਿ ਉਸੇ ਵਕਤ ਜਦੋਂ ਅਪਲਾਈ ਕਰਦੇ ਨੇ, ਐਪਲੀਕੇਸ਼ਨ ਦਿੰਦੇ ਨੇ, ਤੇ ਉਸੇ ਵਕਤ ਅੱਗੇ ਜਾ ਕੇ ਤਿੰਨ ਚੀਜ਼ਾਂ ਆ ਜਾਂਦੀਆਂ ਨੇ ਜਿਹਦੇ ਉੱਤੇ ਪਤਾ ਲੱਗ ਜਾਂਦਾ ਹੈ ਕਿ ਅਪਾਇੰਟਮੈਂਟ ਕਿੰਨੀ ਹੋ ਗਈ ਹੈ ਔਰ ਕਿਹੜੀ ਰਹਿ ਗਈ ਹੈ ਔਰ ਉਹ ਕਿੰਨੇ ਦਿਨ ਤੱਕ ਸਾਨੂੰ ਮਿਲ ਸਕਦੀ ਹੈ। ਇਹ ਚੀਜ਼ ਨੂੰ ਨਜ਼ਰਅੰਦਾਜ਼ ਬੱਚੇ ਕਰ ਜਾਂਦੇ ਨੇ, ਲੇਕਿਨ ਜਦੋਂ ਉਹਨਾਂ ਦਾ ਮੇਨ ਟਾਈਮ ਆ ਜਾਂਦਾ, ਵਕਤ ਆ ਜਾਂਦਾ ਕਿ ਅਸੀਂ HEC 'ਚ ਜਾਈਏ, ਜਦੋਂ ਉਦੋਂ ਅਪਲਾਈ ਕਰਦੇ ਨੇ, ਮਜ਼ੀਦ ਅੱਗੇ ਵੱਧਦੇ ਨੇ, ਤੇ ਫਿਰ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਸਾਡੇ ਕੋਲ ਤਾਂ ਟਾਈਮ ਜਿਹੜਾ ਨਾ ਸਾਨੂੰ ਬੜਾ ਜ਼ਿਆਦਾ ਦਿੱਤਾ ਜਾ ਰਿਹਾ, ਸਾਨੂੰ 2 ਮਹੀਨੇ ਬਾਅਦ ਬੁਲਾਇਆ ਜਾ ਰਿਹਾ, ਤੇ ਉਸ ਤੋਂ ਬਾਅਦ ਮਜ਼ੀਦ 1 ਮਹੀਨਾ ਲੱਗ ਜਾਂਦਾ। ਤੇ ਉਸ ਵਕਤ ਬੱਚੇ ਅਕਸਰ ਪਰੇਸ਼ਾਨ ਹੋ ਜਾਂਦੇ ਨੇ, ਕਿਉਂਕਿ ਇਹ ਜਿੰਨੀਆਂ ਮੈਂ ਗੱਲਾਂ ਕਰ ਰਿਹਾ ਨਾ ਤੁਹਾਡੇ ਨਾਲ, ਇਹ ਮੇਰੇ ਤਜਰਬੇ 'ਚ ਆ ਰਹੀਆਂ ਨੇ ਔਰ ਮੈਂ ਬਖੂਬੀ ਦੇਖ ਰਿਹਾ ਵਾਂ, ਜਿਹਦੀ ਵਜ੍ਹਾ ਤੋਂ ਕੋਸ਼ਿਸ਼ ਕਰਨਾ ਵਾਂ ਕਿ ਉਹਨਾਂ ਬੱਚਿਆਂ ਤੱਕ ਮੇਰੀ ਆਵਾਜ਼ ਪਹੁੰਚ ਜਾਏ, ਮੈਂ ਉਹ ਗੱਲ ਸੁਣਾ ਦਿਆਂ, ਸਮਝਾ ਦਿਆਂ ਉਹਨਾਂ ਬੱਚਿਆਂ ਨੂੰ ਕਿ ਜਿਨ੍ਹਾਂ ਕੋਲ ਮਾਲੂਮਾਤ ਦੀ ਕਮੀ ਹੈ, ਤਾਂ ਕਿ ਉਹ ਮੇਰੀ ਅਗਰ ਵੀਡੀਓ ਵੇਖਦੇ ਨੇ, ਵੇਖਣ ਤੋਂ ਬਾਅਦ ਉਹਨਾਂ ਨੂੰ ਅਗਰ ਮਾਲੂਮਾਤ ਮਿਲ ਜਾਂਦੀ ਹੈ ਤੇ ਇਹ ਸਦਕਾ ਜਾਰੀ ਹੈ। ਅੱਲਾਹ ਤਾਲਾ ਉਹਨਾਂ ਤੇ ਵੀ ਰਹਿਮ ਕਰਦਾ ਹੈ, ਉਹਨਾਂ ਦੀ ਵੀ ਮਿਹਨਤ ਰੰਗ ਲੈ ਆਉਂਦੀ ਹੈ ਤੇ ਉਹਦੇ ਬਦਲੇ 'ਚ ਉਹਨਾਂ ਦੇ ਦਿਲ 'ਚੋਂ ਵੀ ਦੁਆ ਨਿਕਲਦੀ ਹੈ ਜਿਹੜੀ ਸਾਨੂੰ ਲੱਗਦੀ ਹੈ ਔਰ ਅਸੀਂ ਵਡੇਰੇ ਹੋ ਕੇ ਵੀ ਖੁਸ਼ ਹੋ ਰਮ ਰਹਿੰਦੇ ਹਾਂ ਕਿ ਉਮਰ ਦਾ ਇੱਕ ਹਿੱਸਾ ਗੁਜ਼ਰ ਗਿਆ, 55 ਪਲੱਸ ਹੋ ਗਿਆ ਮੈਂ, ਤੇ ਲੇਕਿਨ ਉਸ ਦੇ ਬਾਵਜੂਦ ਮੈਂ ਅਗਰ ਖੁਸ਼ ਹੋ ਰਮ ਰਹਿੰਦਾ ਵਾਂ ਤੇ ਸਿਰਫ ਇਸ ਵਜ੍ਹਾ ਤੋਂ ਰਹਿੰਦਾ ਵਾਂ ਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਤੱਕ ਜਿਹੜੀ ਗੱਲ ਪਹੁੰਚੀ ਹੈ ਉਹ ਮੈਂ ਅੱਗੇ ਪਹੁੰਚਾਵਾਂ। ਇਹਦੇ 'ਚ ਇਹ ਨਾ ਕਰਾਂ ਕਿ ਮੈਂ ਦੱਸਣਾ ਹੀ ਨਹੀਂ ਜਾਂ ਮੈਂ ਦੱਸਾਂ ਹੀ ਨਾ, ਜਦੋਂ ਕੋਈ ਪੁੱਛੇਗਾ ਤਾਂ ਦੱਸਾਂਗਾ। ਇਹ ਮੇਰੀ ਕੋਸ਼ਿਸ਼ ਕਦੀ ਨਹੀਂ ਹੁੰਦੀ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਵਕਤ ਉਹ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ ਜਿਹੜੀ
ਮੇਰੀ ਮਾਲੂਮਾਤ ਚਾਹੀਏ ਔਰ ਮੈਂ ਤੁਹਾਨੂੰ ਵੀ ਮਾਲੂਮਾਤ ਫਰਾਹਮ ਕਰਾਂ। ਤੇ ਦੋਸਤੋ, ਇਹ ਥੋੜੀ ਜਿਹੀ ਗੱਲ ਮੇਰੇ ਸਮਝ 'ਚ ਆਈ। ਮੈਨੂੰ ਪਤਾ ਚੱਲਿਆ ਕਿ ਜਿਹੜੇ ਬੱਚੇ ਹੁਣ ਮਿਸਾਲ ਦੇ ਤੌਰ ਤੇ ਇਹ ਮਈ ਦਾ ਮਹੀਨਾ ਇਸ ਤਰ੍ਹਾਂ ਹੀ ਮਈ ਹੈ, ਤੇ ਇਸ ਤੋਂ ਬਾਅਦ ਅੱਗੇ ਜੂਨ ਹੈ ਤੇ ਜੁਲਾਈ ਹੈ, ਅਗਸਤ ਤੋਂ ਬਾਅਦ ਫਿਰ ਜਿਹੜੇ ਨਾ ਵੀਜ਼ੇ ਦਾ ਪ੍ਰੋਸੈਸ ਲੱਗ ਜਾਂਦਾ ਹੈ। ਉਹ ਸਤੰਬਰ ਵਿੱਚ ਤਕਰੀਬਨ ਵੀਜ਼ਿਆਂ ਵਾਸਤੇ ਡੈਡਲਾਈਨ ਦੇ ਦਿੱਤੀ ਜਾਂਦੀ ਹੈ ਕਿ ਇਸ ਤੋਂ ਬਾਅਦ ਵੀਜ਼ਾ ਨਹੀਂ ਲੱਗੇਗਾ, ਕਿਉਂਕਿ ਅੱਗੇ ਜਿਹੜੇ ਯੂਨੀਵਰਸਿਟੀਆਂ ਜਿੱਥੇ ਬੱਚੇ ਨੇ ਪੜ੍ਹਨ ਜਾਣਾ ਹੁੰਦਾ ਹੈ, ਉਹਨਾਂ ਦਾ ਵੀ ਟਾਈਮ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਉਹਨਾਂ ਦਾ ਟਾਈਮ ਸ਼ੁਰੂ ਹੋ ਜਾਏ ਤੇ ਉਸ ਤੋਂ ਬੱਚਾ ਲੇਟ ਤੇ ਨਹੀਂ ਨਾ ਜਾ ਸਕਦਾ ਉਸ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਸਾਡੇ ਮੁਲਕ ਦਾ ਸਿਸਟਮ ਹੋ ਰਿਹਾ, ਬੈਰੂਨੇ ਮੁਲਕ ਜਿਹੜੇ ਦੂਸਰੇ ਮੁਲਕ ਨੇ ਉਹਨਾਂ ਦੇ ਸਿਸਟਮ ਆਪਣੇ ਸਹੀ ਨੇ ਤਾਲੀਮ ਦੇ ਬਾਰੇ 'ਚ। ਸਾਡੇ 'ਚ ਥੋੜ੍ਹੀ ਜਿਹੀ ਕਮੀ ਆ ਜਾਂਦੀ ਹੈ, ਜਾਂ ਸਿਫਾਰਿਸ਼ ਚੱਲ ਜਾਂਦੀ ਹੈ, ਜਾਂ ਕੋਈ ਮਸਲੇ ਮਸਾਇਲ ਪੈਦਾ ਹੋ ਜਾਂਦੇ ਨੇ, ਜਾਂ ਕੋਈ ਵੀ ਸਹੂਲਤ ਮਿਲ ਜਾਂਦੀ। ਲੇਕਿਨ ਬਾਹਰ ਜਿਹੜੇ ਬੱਚੇ ਪੜ੍ਹਨ ਜਾਂਦੇ ਨੇ ਉਹਨਾਂ ਦਾ ਸਾਲ ਜ਼ਾਇਆ ਹੋਣ ਦਾ ਡਰ ਹੁੰਦਾ, ਕਿਉਂਕਿ ਉਹਦੇ ਵਾਸਤੇ ਜ਼ਰੂਰੀ ਹੁੰਦਾ ਕਿ ਡਾਕੂਮੈਂਟੇਸ਼ਨ ਜਿਹੜੀ ਹੈ ਨਾ ਉਹ ਰੈਡੀ ਹੋਣੀ ਚਾਹੀਦੀ ਹੈ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ। ਅਗਰ ਡਾਕੂਮੈਂਟੇਸ਼ਨ ਤੁਹਾਡੀ ਰੈਡੀ ਨਹੀਂ ਹੈ ਤੇ ਤੁਹਾਡਾ ਸਾਲ ਜ਼ਾਇਆ ਹੋਣ ਦਾ ਡਰ ਹੈ, ਜਾਂ ਤੁਹਾਨੂੰ ਅਗਰ ਸਕਾਲਰਸ਼ਿਪ ਮਿਲੀ ਹੈ ਤੇ ਉਹ ਵੀ ਜ਼ਾਇਆ ਹੋਣ ਦਾ ਡਰ ਹੁੰਦਾ। ਤੇ ਦੋਸਤੋ, ਇਹ ਬੱਚਿਓ ਮੈਂ ਜਿਹੜੀ ਇਨਫੋਰਮੇਸ਼ਨ ਮੇਰੇ ਤੱਕ ਪਹੁੰਚੀ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਦੁਆਵਾਂ ਯਾਦ ਰੱਖਿਆ ਜੇ। ਅਗਰ ਕੋਈ ਗੱਲ ਮੇਰੇ ਕੋਲ ਗਲਤ ਹੋਈ ਹੋਵੇ ਜਾਂ ਇਨਫੋਰਮੇਸ਼ਨ ਦੇਣ 'ਚ ਕੋਈ ਕਮੀ ਆਈ ਹੋਵੇ ਤੇ ਉਹਦੀ ਮੈਂ ਮਾਜ਼ਰਤ ਚਾਹੁੰਦਾ ਵਾਂ। ਜਿਉਂਦੇ ਰਹੋ, ਵਸਦੇ ਰਹੋ। ਅੱਲਾ ਨਿਗਹਿਬਾਨ।